ऑनलाइन क्लास ਦੇ ਵਿੱਚ ਸਭ ਆਪ ਸਭ ਦਾ ਸਵਾਗਤ ਹੈ। ਅੱਜ ਅਸੀਂ ਜੋ ਟੌਪਿਕ ਕਰਨ ਜਾ ਰਹੇ ਹਾਂ ਉਹ ਹੈ ਪ੍ਰਮੇୟ ਸੰਖਿਆਵਾਂ ਦੇ ਨਾਲ ਸੰਬੰਧਿਤ ਪ੍ਰਮੇୟ ਸੰਖਿਆਵਾਂ ਯਾਨੀ ਕਿ ਰੈਸ਼ਨਲ ਨੰਬਰਸ। ਇਸ ਦੀਆਂ ਜਿਹੜੀਆਂ ਸਾਰੀਆਂ ਪ੍ਰੋਪਰਟੀਜ਼ ਨੇ ਮੈਂ ਉਹ ਤੁਹਾਨੂੰ ਸਮਝਾਵਾਂਗਾ ਅੱਜ। ਜਿਹੜੀ ਸਭ ਤੋਂ ਪਹਿਲੀ ਪ੍ਰੋਪਰਟੀ ਹੈ ਉਹ ਹੈ ਕਲੋਜ਼ਰ ਪ੍ਰੋਪਰਟੀ ਯਾਨੀ ਕਿ ਪੰਜਾਬੀ ਮੀਡੀਅਮ ਦੇ ਵਿੱਚ ਕਹਾਂਗੇ ਬੰਦ ਗੁਣ। ਸੋ ਜੋੜ ਦੇ ਅੰਤਰਗਤ ਇਹ ਮੈਂ ਸਾਰੀਆਂ ਪ੍ਰੋਪਰਟੀਜ਼ ਤੁਹਾਨੂੰ ਸਮਝਾਉਣ ਜਾ ਰਿਹਾ ਹਾਂ। ਸਭ ਤੋਂ ਪਹਿਲੀ ਪ੍ਰੋਪਰਟੀ ਹੈ ਜੋੜ ਦਾ ਬੰਦ ਗੁਣ, ਜੋ ਮੈਂ ਆਪਣੇ ਜੋ ਹੈ ਤੁਹਾਨੂੰ ਇਹ ਕਲੀਅਰ ਕਰ ਰਿਹਾ ਕਿ ਇੱਕ ਮੰਨ ਲਓ ਕਿ ਬੰਦ ਗੁਣ ਜਿਹੜਾ ਹੈ ਉਹ ਹੁੰਦਾ ਕਿ ਵੀ ਜੇ ਕੋਈ ਦੋ ਪ੍ਰਮੇୟ ਸੰਖਿਆਵਾਂ ਮੰਨ ਲਓ, ਠੀਕ ਹੈ, ਅਗਰ ਉਹਨਾਂ ਦਾ ਜੋੜ ਕਰੀਏ ਆਪਾਂ, ਜਿਵੇਂ ਮੈਂ ਕੀਤਾ ਹੋਇਆ ਦੇਖੋ 2/3 ਅਤੇ ਦੂਜੀ ਸੰਖਿਆ ਲਿੱਤੀ ਸੀ 3/2, ਉਹਨਾਂ ਦਾ ਜੋੜ ਕਰਾਂਗੇ ਤਾਂ ਜੋੜ ਕਰਨ ਤੋਂ ਬਾਅਦ ਜੋ ਆਨਸਰ ਆਏਗਾ ਕਿ ਉਹ ਵੀ ਪ੍ਰਮੇୟ ਸੰਖਿਆ ਹੋਏਗਾ। ਦੋ ਪ੍ਰਮੇୟ ਸੰਖਿਆਵਾਂ ਦਾ ਜੋੜ ਵੀ ਕੀ ਪ੍ਰਮੇୟ ਸੰਖਿਆ ਹੀ ਹੋਏਗਾ। ਅਗਰ ਹੋਏਗਾ ਤਾਂ ਇਹਦਾ ਮਤਲਬ ਉਹ ਉਸੇ ਸੰਖਿਆ ਨੂੰ ਉਸੇ ਨੰਬਰਸ ਦੇ ਅਧੀਨ ਬੰਦ ਹੈ। ਇਸ ਕਰਕੇ ਆਪਾਂ ਕਹਾਂਗੇ ਕਿ ਹਾਂ ਦੋਨਾਂ ਦਾ ਜੋੜ, ਕਿਉਂਕਿ ਇੱਕ 13/6 ਆਇਆ ਹੈ ਤਾਂ 13/6 ਖੁਦ ਕੀ ਹੈ, ਇੱਕ ਪ੍ਰਮੇୟ ਸੰਖਿਆ ਹੈ, ਰੈਸ਼ਨਲ ਨੰਬਰ ਹੈ। ਠੀਕ ਹੈ, ਇੱਥੋਂ ਨੂੰ ਦੱਸ ਦਿੰਦਾ ਕਿ ਵੀ ਰੈਸ਼ਨਲ ਨੰਬਰ ਜਾਂ ਪ੍ਰਮੇୟ ਸੰਖਿਆਵਾਂ ਉਹ ਹੁੰਦੀਆਂ ਨੇ ਜਿਹੜੀਆਂ ਕਿ ਆਪਾਂ ਵਟਿਆਂ ਵਿੱਚ ਲਿਖ ਸਕਦੇ ਹਾਂ, ਓਵਰ 'ਚ ਲਿਖ ਸਕਦੇ ਹਾਂ। ਠੀਕ ਹੈ, ਨਿਊਮੀਨੇਟਰ ਅਤੇ ਡਿਨੋਮੀਨੇਟਰ ਫਾਰਮ ਦੇ ਵਿੱਚ, ਅੰਸ਼ ਅਤੇ ਹਾਰ ਫਾਰਮ ਦੇ ਰੂਪ ਦੇ ਵਿੱਚ ਲਿਖਦੇ ਹਾਂ, ਉਹਨਾਂ ਨੂੰ ਆਪਾਂ ਕਹਿੰਦੇ ਆ ਪ੍ਰਮੇୟ ਸੰਖਿਆ। ਸੋ ਤੁਸੀਂ ਦੇਖ ਲਿਆ ਕਿ ਜੋੜ ਦਾ ਜਿਹੜਾ ਹੈਗਾ ਆਨਸਰ ਵੀ ਜਿਹੜਾ ਹੈ ਪ੍ਰਮੇୟ ਸੰਖਿਆ ਦਾ, ਜਦੋਂ ਆਪਾਂ ਜੋੜ ਕਰਦੇ ਹਾਂ ਉਹਦਾ ਆਨਸਰ ਵੀ ਜਿਹੜਾ ਹੈ ਉਹ ਪ੍ਰਮੇୟ ਸੰਖਿਆ ਹੀ ਆਉਂਦਾ ਹੈ। ਇਸ ਕਰਕੇ ਆਪਾਂ ਕਹਾਂਗੇ ਕਿ ਪ੍ਰਮੇୟ ਸੰਖਿਆ ਜੋੜ ਦੇ ਅੰਤਰਗਤ ਬੰਦ ਹਨ। ਸੋ ਇਸ ਤਰੀਕੇ ਦੇ ਨਾਲ ਹੀ ਅਗਲਾ ਨਿਯਮ ਆ ਜਾਂਦਾ ਕ੍ਰਮ ਵਟਾਂਦਰਾ ਨਿਯਮ। ਕ੍ਰਮ ਵਟਾਂਦਰਾ ਕੀ ਹੈ ਕਿ ਅਗਰ ਅਸੀਂ ਕੋਈ ਵੀ ਦੋ ਸੰਖਿਆਵਾਂ ਦਾ ਜੋੜ ਕਰੀਏ, ਠੀਕ ਹੈ, ਅਤੇ ਦੂਸਰੀ ਵਾਰ ਉਸ ਦਾ ਕ੍ਰਮ ਉਲਟਾ ਕੇ ਜੋੜ ਕਰ ਦਈਏ। ਕ੍ਰਮ ਉਲਟਾਉਣਾ ਮਤਲਬ ਪਹਿਲੀ ਸੰਖਿਆ 2/3 ਸੀ, ਉਹਨੂੰ ਮੈਂ ਦੂਸਰੀ ਸੰਖਿਆ ਬਣਾ ਦਿੰਦਾ, ਅਤੇ ਜਿਹੜੀ ਦੂਜੀ ਸੰਖਿਆ ਸੀ 3/2 ਉਸਨੂੰ ਮੈਂ ਪਹਿਲੀ ਸੰਖਿਆ ਬਣਾ ਦਾਂਗਾ। ਕੀ ਤੁਸੀਂ ਸੋਚਦੇ ਹੋ ਕਿ ਇਹਨਾਂ ਦਾ ਜਿਹੜਾ ਆਨਸਰ ਹੈ ਕਿ ਉਹ ਬਰਾਬਰ ਹੋਏਗਾ ਜਾਂ ਨਹੀਂ? ਬਿਲਕੁਲ ਬਰਾਬਰ ਹੋਏਗਾ, ਕਿਉਂਕਿ ਆਪਾਂ ਨੇ ਕੀਤਾ ਕਿ 2/3 ਅਤੇ 3/2 ਦਾ ਜੋੜ ਜਿਹੜਾ ਹੈਗਾ ਉਹ 13/6 ਆਉਂਦਾ ਹੈ। ਕਿਵੇਂ ਆਇਆ ਸੀ ਉਹ ਵੀ ਦੱਸ ਦਿੰਦਾ। ਠੀਕ ਹੈ, 2 ਦੀ ਗੁਣਾ 2 ਨਾਲ ਕਰਕੇ 4 ਆਇਆ ਸੀ, 3 ਦੀ ਗੁਣਾ 3 ਨਾਲ ਕਰਕੇ 9 ਆਇਆ ਸੀ, 3 ਦੀ ਗੁਣਾ ਆਪਣੇ 2 ਨਾਲ ਕਰਕੇ ਕਿੰਨਾ ਆਇਆ ਸੀ 6। ਇਹ ਆਪਣਾ ਤਿਤਲੀ ਮੈਥਡ ਦੇ ਮੁਤਾਬਕ ਆਪਾਂ ਨੇ ਹੱਲ ਕਰ ਲਿਆ ਇਸ ਨੂੰ। ਇਸੇ ਤਰੀਕੇ ਨਾਲ ਇਹਨਾਂ ਦਾ ਜੋੜ ਕਰਾਂਗੇ ਤਾਂ ਕਿੰਨਾ ਆ ਜਾਏਗਾ? ਹਾਂਜੀ, ਪਹਿਲਾਂ ਹਰਾਂ ਦੀ ਗੁਣਾ ਕਰ ਦਿਓ, 3 ਦੂਣੀ 6, 3 ਦੀ ਗੁਣਾ 3 ਦੇ ਨਾਲ 9, ਠੀਕ ਹੈ, 2 ਦੀ ਗੁਣਾ 2 ਨਾਲ 4। ਸੋ ਤੁਸੀਂ ਦੇਖਿਆ 4 ਜੋੜ 9 ਕਿੰਨਾ ਹੁੰਦਾ? 13/6 ਹੈਗਾ ਹੀ ਹੈ, ਬਰਾਬਰ 9 ਅਤੇ 4 ਦਾ ਜੋੜ ਕਿੰਨਾ ਹੁੰਦਾ? 13। ਕੀ ਬਰਾਬਰ ਨੇ? ਹਾਂਜੀ, ਸੰਭਵ ਹੈ। ਤਾਂ ਆਪਾਂ ਲਿਖਾਂਗੇ ਇਹ ਸੰਭਵ ਹੈ, ਕਿਉਂਕਿ ਜਾਂ ਸੰਭਵ ਹੈ ਲਿਖ ਦਾਂਗੇ ਜਾਂ ਲਿਖ ਦਾਂਗੇ ਇਹ ਸਹੀ ਹੈ। ਇਟ ਇਜ਼ ਪੋਸੀਬਲ, ਇਟ ਇਜ਼ ਟਰੂ। ਤਾਂ ਇਸ ਦਾ ਮਤਲਬ ਕਿ ਕ੍ਰਮ ਵਟਾਂਦਰਾ ਕੀ ਹੈ? ਕ੍ਰਮ ਵਟਾਂਦਰਾ ਨਿਯਮ ਕਹਿੰਦਾ ਹੈਗਾ ਕਿ ਅਗਰ ਕੋਈ ਏ ਸੰਖਿਆ ਦੇ ਵਿੱਚ ਅਸੀਂ ਬੀ ਸੰਖਿਆ ਜੋੜੀਏ ਜਾਂ ਫਿਰ ਬੀ ਸੰਖਿਆ ਦੇ ਵਿੱਚ ਏ ਸੰਖਿਆ ਜੋੜੀਏ, ਠੀਕ ਹੈ, ਉਹਨਾਂ ਦਾ ਆਨਸਰ ਬਰਾਬਰ ਹੁੰਦਾ ਹੈ। ਇਹਦਾ ਮਤਲਬ ਇਹ ਹੈ ਕਿ ਅਗਰ ਕ੍ਰਮ ਉਲਟਾ ਵੀ ਦਈਏ ਤਾਂ ਕੋਈ ਆਨਸਰ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ। ਤੁਸੀਂ ਸਮ ਕਰਦੇ ਹੋਏ, ਸਵਾਲ ਕਰਦੇ ਹੋਏ ਉਹਨਾਂ ਦਾ ਕ੍ਰਮ ਉਲਟਾ ਸਕਦੇ ਹੋ। ਠੀਕ ਹੈ, ਤਾਂ ਇਸ ਨਿਯਮ ਨੂੰ ਕੀ ਕਿਹਾ ਜਾਂਦਾ? ਕ੍ਰਮ ਵਟਾਂਦਰਾ ਨਿਯਮ ਕਿਹਾ ਜਾਂਦਾ। ਸੋ ਉਸ ਤੋਂ ਬਾਅਦ ਆ ਜਾਂਦੀ ਹੈ ਆਇਸੋਟੇਟਿਵ ਪ੍ਰੋਪਰਟੀ। ਇਹ ਕੀ ਹੈ? ਇਹ ਦੋ ਪ੍ਰਮੇୟ ਸੰਖਿਆਵਾਂ ਨਾਲ ਨਹੀਂ ਬਲਕਿ 3 ਪ੍ਰਮੇୟ ਸੰਖਿਆਵਾਂ ਨਾਲ ਸੰਬੰਧਿਤ ਹੈ। ਜਿਵੇਂ ਕਿ ਮੰਨ ਲੈਂਦੇ ਕਿ ਇੱਕ ਸੰਖਿਆ ਹੈਗੀ ਆ 2/3, ਦੂਸਰੀ ਸੰਖਿਆ ਹੈਗੀ ਆ 3/2, ਠੀਕ ਹੈ, ਅਤੇ ਤੀਸਰੀ ਸੰਖਿਆ ਮੰਨ ਲੈਂਦੇ ਹੈਗੇ ਆਪਾਂ ਕਿੰਨੀ ਹੈ? ਮੰਨ ਲੈਂਦੇ ਹਾਂ ਕਿ -1/6। ਪਲੱਸ ਦੀ ਵੀ ਲੈ ਸਕਦੇ ਹਾਂ, ਮਾਈਨਸ ਦੀ ਵੀ ਲੈ ਸਕਦੇ, ਕੋਈ ਵੀ ਲੈ ਸਕਦੇ ਹੋ। ਠੀਕ ਹੈ, ਚਲੋ ਪਲੱਸ ਦੀ ਲੈ ਲਓ। ਠੀਕ ਹੈ, ਅਤੇ ਹੁਣ ਅਗਰ ਇਹਨਾਂ ਦਾ ਜੋੜ ਕਰਦੇ ਹਾਂ, ਕਿਸ ਤਰੀਕੇ ਨਾਲ ਕਰਦੇ ਹਾਂ ਕਿ ਪਹਿਲਾਂ ਅਗਰ ਪਹਿਲੀਆਂ 2 ਦਾ ਜੋੜ ਕਰੀਏ
बाद विच उस विच तीजी संख्या जोड़िए, जां फिर क्या कर लईए 2/3 बाद च जोड़ांगे। पहलां असीं जोड़ दईए 3/2 ते 1/6 जोड़ लईए। ठीक है, पहलां इन्हां नूं जोड़िए। तो ब्रैकेट पाउण दा मतलब यह है कि पहलां इन्हां नूं दोनां नूं जोड़िए, बाद विच इहनूं जोड़ांगे, जां फिर पहलां इन्हां दोनां नूं जोड़ दईए, बाद विच असीं पहली संख्या जिहड़ी 2/3 सी वो बाद विच जोड़िए। ठीक है, की आंसर उसका बराबर होएगा जां नहीं होएगा? अगर होएगा तो यदा मतलब अपन एक लिखांगे कि आइसो ਜਿਹੜੇ रैशनल नंबर्स आर आइसोलेटिव अंडर एडिशन। ठीक है, पंजाबी ਵਿੱਚ ਇਸ ਦਾ ਨਿਯਮ ਜਿਹੜਾ ਹੈਗਾ ਉਸ ਦਾ ਨਾਮ ਇਹਨੂੰ ਕਹਿੰਦੇ ਆ ਸਹਿਚਰ ਨਿਯਮ। ਸਹਿਚਰ ਨਿਯਮ। ठीक है, तो जोड़ ਦੇ अंतर्गत ਸਹਿਚਰ ਨਿਯਮ। ठीक है जी, ਹੁਣ ਸਹਿਚਰ ਨਿਯਮ ਨੂੰ ਜਿਹੜਾ ਹੈਗਾ ਤੁਸੀਂ ਦੇਖ ਹੀ ਲਿਆ ਕਿ ਆਪਾਂ ਨੇ ਜੋੜ ਜਿਹੜਾ ਹੈਗਾ ਕਰਨ ਕਿਸ ਤਰੀਕੇ ਨਾਲ ਕਰੀਦਾ ਹੈਗਾ। ਚਲੋ ਪਹਿਲਾਂ ਆਪਾਂ ਲੈਫਟ ਹੈਂਡ ਸਾਈਡਸ ਨੂੰ ਸੋਲਵ ਕਰਦੇ ਹਾਂ। ਲੈਫਟ ਹੈਂਡ ਸਾਈਡ ਨੂੰ ਸੋਲਵ ਕਰਨ ਦਾ ਤਰੀਕਾ ਤੋਂ ਪਹਿਲਾਂ ਤੁਸੀਂ ਸਿੱਖਿਆ ਹੈਗਾ ਤਿਤਲੀ ਮੈਥਡ ਨਾਲ ਹੀ ਕਰ ਲਓ, ਚਾਹੇ 3 ਦੀ ਮਲਟੀਪਲਾਈ 2 ਨਾਲ, 3 ਦੀ ਮਲਟੀਪਲਾਈ 2 ਨਾਲ 6, 2 ਦੀ ਮਲਟੀਪਲਾਈ 2 ਨਾਲ 4, 3 ਦੀ ਮਲਟੀਪਲਾਈ 3 ਨਾਲ 9। ਠੀਕ ਹੈ ਜੀ, ਇਹਨਾਂ ਨੂੰ ਹੀ ਜੋੜਨਾ ਹੈ। ਇਹਨੂੰ ਬਾਅਦ ਵਿੱਚ ਜੋੜਾਂਗੇ, 1/6 ਨੂੰ ਐਜ਼ ਇਟ ਰੱਖੀ ਰੱਖੋ, ਬਾਅਦ ਵਿੱਚ ਜੋੜ ਦਾਂਗੇ। ਠੀਕ ਹੈ ਜੀ, ਇਹਨਾਂ ਦਾ ਆਨਸਰ ਕਿੰਨਾ ਆਇਆ ਸੀਗਾ ਪਹਿਲਾਂ ਕੀਤਾ ਆਪਾਂ ਨੇ 13/6 ਆਇਆ ਸੀ। ਠੀਕ ਹੈ, ਇਹਦਾ ਆਨਸਰ ਐਜ਼ ਇਟ ਲਈ ਜੋੜਨਾ ਨਹੀਂ ਹੈਗਾ, ਐਜ਼ ਇਟ ਰੱਖਣਾ। ਹੁਣ ਜੋੜ ਦਿੰਦੇ ਆਪਾਂ, ਹੁਣ ਅਖੀਰ ਦੇ ਵਿੱਚ ਜੋੜਾਂਗੇ। ਹੁਣ ਕਿੰਨਾ ਆ ਗਿਆ 6 ਤਾਂ ਐਲਸੀਐਮ ਆ ਗਿਆ। ਤਾਂ ਅਗਰ 6 ਐਲਸੀਐਮ ਆ ਗਿਆ, ਠੀਕ ਹੈ, ਤਾਂ ਹਰ ਜਿਹੜੇ ਹੈਗੇ ਨੇ ਅਗਰ ਬਰਾਬਰ ਹੋਣ ਤਾਂ ਫਿਰ ਤਿਤਲੀ ਮੈਥਡ ਨਹੀਂ ਲਾਈਦਾ। ਇਹਨਾਂ ਦੋਨਾਂ ਦੀ ਗੁਣਾ ਨਹੀਂ ਕੀਤੀ ਦੀ ਕਰੀ ਦੀ, ਕ੍ਰਾਸ ਮਲਟੀਪਲਾਈ ਨਹੀਂ ਕਰੀ ਦੀ। ਠੀਕ ਹੈ, ਗੁਣਾ ਨਹੀਂ ਕਰਨੀ। ਠੀਕ ਹੈ, ਸਿਰਫ ਉੱਪਰਲੇ ਅੰਸ਼ ਐਜ਼ ਇਟ ਲਿਖ ਲੈਣੇ ਹੁੰਦੇ ਨੇ। ਤਾਂ 13 ਤੇ 1 ਕਿੰਨਾ ਹੋ ਗਿਆ 14/6। ਇਹ ਆਨਸਰ ਆਇਆ। ਹੁਣ ਜਿਹੜਾ ਰਾਈਟ ਹੈਂਡ ਸਾਈਡ ਸੋਲਵ ਕਰਦੇ ਹਾਂ, ਰਾਈਟ ਹੈਂਡ ਸਾਈਡ ਜਿਹੜੀ ਹੈਗਾ ਸੱਜਾ ਪਾਸੇ ਆਪਣੀ ਰਕਮ ਲਿਖੀ ਹੋਈ ਹੈ। ਆਪਾਂ ਨੇ ਗੱਲ ਕੀਤੀ ਸੀ ਕਿ ਜਿਹੜੀ ਇਹਦੇ ਵਿੱਚ ਜਿਹੜੀ ਪਹਿਲੀ ਰਕਮ ਉਹ ਨਹੀਂ ਜੋੜਨੀ ਹਲੇ, ਪਹਿਲਾਂ ਆਪਾਂ ਇਹਨਾਂ ਨੂੰ ਜੋੜ ਲਈਏ। ਠੀਕ ਹੈ, ਇਹਦੇ ਵਾਸਤੇ ਮੈਂ ਤੁਹਾਨੂੰ ਐਲਸੀਐਮ ਮੈਥਡ ਵੀ ਸਿਖਾ ਦਿੰਦਾ। ਤਿਤਲੀ ਮੈਥਡ ਇੱਥੇ ਸਿਖਾ ਦਿੱਤਾ, ਹੁਣ ਐਲਸੀਐਮ ਮੈਥਡ ਸਿਖਾ ਦਿੰਦਾ। 6 ਤੇ 2 ਦਾ ਐਲਸੀਐਮ ਆਏਗਾ 6। ਠੀਕ ਹੈ, ਤੇ ਲਘੁੱਤਮ ਸਮਾਵਰਤਕ। ਹੁਣ ਲਸਵ ਆ ਗਿਆ ਸੇ 6 ਆਪਣੇ ਕੋਲ। ਹੁਣ 6 ਨੂੰ 2 ਨਾਲ ਭਾਗ ਕਰੋਗੇ, 6 ਨੂੰ ਅਗਰ 2 ਨਾਲ ਭਾਗ ਕਰੇਗਾ ਤਾਂ ਆਨਸਰ ਆਏਗਾ 3। ਤਾਂ 3 ਦੀ ਮਲਟੀਪਲਾਈ ਆਪਾਂ 3 ਨਾਲ ਕਰ ਦਿਓ, ਕਿੰਨੇ ਆ ਗਏ 9। ਹੁਣ 6 ਐਲਸੀਐਮ ਆਇਆ ਹੋਇਆ 6। ਹੁਣ 6 ਨੂੰ 6 ਨਾਲ ਭਾਗ ਕਰੋ ਤਾਂ ਆਨਸਰ ਕਿੰਨਾ ਆਏਗਾ 1। 1 ਦੀ ਮਲਟੀਪਲਾਈ 1 ਨਾਲ ਕਰ ਦਿਓ, 1 ਦੀ ਗੁਣਾ 1 ਨਾਲ ਕਰਾਂਗੇ ਤਾਂ 1 ਹੀ ਆਨਸਰ ਆਏਗਾ। ਬਿਲਕੁਲ, ਇਹਨੂੰ ਨਹੀਂ ਜੋੜਨਾ ਹਲੇ, ਇਹਨੂੰ ਐਜ਼ ਇਟ ਰੱਖਣਾ। ਜੋੜਨਾ ਪਿਛਲੀਆਂ ਦੋ ਰਕਮਾਂ ਨੂੰ ਸੀਗਾ, ਜੋੜ ਦਿਓ। 9 ਤੇ 1 10 ਹੋ ਗਿਆ, 10/6। ਹੁਣ ਫਿਰ ਕੀ ਕਰਾਂਗੇ, ਐਲਸੀਐਮ ਮੈਥਡ ਲੈ ਲੈਂਦੇ ਹਾਂ। ਠੀਕ ਹੈ, ਕਿੰਨਾ ਆ ਜਾਏਗਾ 3 ਤੇ 6 ਦਾ ਐਲਸੀਐਮ 6 ਆ ਗਿਆ। 6 ਨੂੰ ਕਿੰਨਾ ਭਾਗ ਕਰਨੀ ਹੁੰਦੀ ਹੈ, ਪਹਿਲੀ ਰਕਮ ਦੇ ਹਰ ਨਾਲ। 6 ਨੂੰ 3 ਨਾਲ ਭਾਗ ਕਰ ਦਿਓ, 6 ਨੂੰ 3 ਨਾਲ ਭਾਗ ਕਰੇ ਕਿੰਨਾ ਆਇਆ 3 ਆ ਗਿਆ। ਠੀਕ ਹੈ, 6 ਨੂੰ 3 ਨਾਲ ਭਾਗ ਕੀਤਾ 2 ਆਇਆ, 2 ਦੀ ਮਲਟੀਪਲਾਈ 2 ਨਾਲ ਕਰ ਦਿਓ, ਕਿੰਨਾ ਆ ਗਿਆ 4। ਹੁਣ 6 ਨੂੰ 6 ਨਾਲ ਭਾਗ ਕਰ ਦਿਓ, 1 ਆਏਗਾ। 1 ਦੀ ਮਲਟੀਪਲਾਈ ਕਿਹਦਾ ਕਰੋਗੇ 10 ਨਾਲ, 1 ਗੁਣਾ 10, 10 ਏਕਮ 10, ਕਿੰਨਾ ਆ ਗਿਆ 4 ਤੇ 10 16/6। ਠੀਕ ਹੈ, ਕਿੰਨਾ 14, 10 ਤੇ 4 14, 14/6। ਬੋਲੋ ਦੇਖੋ, ਸੱਜੇ ਪਾਸੇ ਦਾ ਆਨਸਰ ਵੀ 14/6 ਆਇਆ ਤੇ ਖੱਬੇ ਪਾਸੇ ਦਾ ਵੀ। ਯਾਨੀ ਕਿ ਜੇ ਪਹਿਲੀਆਂ ਦੋ ਸੰਖਿਆਵਾਂ ਨੂੰ ਜੋੜ ਲਈਏ, ਬਾਅਦ ਵਿੱਚ ਦੂਜੀ ਜੋੜੀਏ ਤਾਂ ਜੋ ਆਨਸਰ ਆਏਗਾ ਉਹ ਆਨਸਰ ਓਨਾ ਹੀ ਹੋਏਗਾ ਜੇ ਆਪਾਂ ਪਿਛਲੀਆਂ ਰਕਮਾਂ ਨੂੰ ਪਹਿਲਾਂ ਜੋੜ ਦਾਂਗੇ ਅਤੇ ਪਹਿਲੀ ਰਕਮ ਨੂੰ ਬਾਅਦ ਵਿੱਚ ਜੋੜੀਏ 14/6। ਤਾਂ ਇਹਦਾ ਮਤਲਬ ਅਸੀਂ ਕਿਸੇ ਵੀ ਤਰੀਕੇ ਨਾਲ ਬਦਲ ਸਕਦੇ ਹਾਂ। ਚਾਹੇ ਤਾਂ ਅਸੀਂ ਜਿਹੜੀਆਂ ਪਹਿਲੀਆਂ ਦੋ ਸੰਖਿਆਵਾਂ ਨੂੰ ਜੋੜ ਕੇ ਬਾਅਦ ਵਿੱਚ ਉਹ ਜੋ ਤੀਜੀ ਜੋੜ ਦਈਏ, ਜਾਂ ਫਿਰ ਅਸੀਂ ਦੂਜੀ ਅਤੇ ਤੀਜੀ ਪਹਿਲਾਂ ਜੋੜ ਕੇ ਪਹਿਲੀ ਸੰਖਿਆ ਜਿਹੜੀ ਹੈਗੀ ਆ ਬਾਅਦ ਵਿੱਚ ਜੋੜ ਲਈਏ, ਆਨਸਰ ਸੇਮ ਹੀ ਰਹੇਗਾ। ਤੁਸੀਂ ਕਿਸੇ ਵੀ ਤਰੀਕੇ ਦੇ ਨਾਲ ਹੱਲ ਕਰ ਸਕਦੇ ਹੋ ਜਦੋਂ ਤੁਸੀਂ ਸਵਾਲ ਕਰਿਆ ਕਰੋਗੇ। ਠੀਕ ਹੈ, ਇਸ ਤਰ੍ਹਾਂ ਦੇ ਜੋੜ ਵਾਲੇ ਸਮ। ਤਾਂ ਦੋਨੋਂ ਤਰੀਕੇ ਦੇ ਨਾਲ ਜਿਹੜਾ ਹੈਗਾ ਤਾਂ ਸਾਡਾ ਆਨਸਰ ਸਹੀ ਆਏਗਾ, ਸੇਮ ਆਏਗਾ। ਤਾਂ ਇਹ ਕਿਹੜੇ ਨਿਯਮ ਦੇ, ਇਸ ਨਿਯਮ ਨੂੰ ਕੀ ਕਹਿੰਦੇ ਆ, ਜੋੜ ਦੇ ਅੰਤਰਗਤ ਸਹਿਚਰ ਨਿਯਮ, ਯਾਨੀ ਕਿ ਆਈਸੋਸੇਟਿਵ ਪ੍ਰੋਪਰਟੀ ਅੰਡਰ ਐਡੀਸ਼ਨ। ਤਾਂ ਅਸੀਂ ਕਹਾਂਗੇ ਕਿ ਪ੍ਰਮੇୟ ਸੰਖਿਆਵਾਂ ਜੋੜ ਦੇ ਅੰਤਰਗਤ ਬੰਦ ਹਨ। ਅਸੀਂ ਕਹਾਂਗੇ ਕਿ ਜਿਹੜਾ ਜੋੜ ਦੇ ਅੰਤਰਗਤ ਸਹਿਚਰ ਨਿਯਮ ਲਾਗੂ ਹੁੰਦਾ ਹੈ ਪ੍ਰਮੇୟ ਸੰਖਿਆਵਾਂ 'ਤੇ। ਠੀਕ ਹੈ, ਤਾਂ ਰੈਸ਼ਨਲ ਨੰਬਰਸ ਆਰ ਆਈਸੋਸੀਏਟਿਵ ਅੰਡਰ ਐਡੀਸ਼ਨ।
क्लीयर। हुण आपां करांगे जी वंडकारी नियम, किहदे अंतर्गत, जोड़ दे। ये भी नियम जोड़ा बहुत इंपॉर्टेंट है, ठीक है, बहुत बार आया। हुण ये की है वो जरा ध्यान नाल सुनियो। मान लो कि एक नंबर है 1/6, दूसरा है 2/3, तीसरा है 3/2। पहला है 1/6, दूसरा है 2/3, तीसरा है 3/2। तो तीनों की ने प्रमेय संख्यावां ने, रैशनल नंबर्स हैं। वंडकारी नियम ਜਾਂ डिस्ट्रीब्यूटिव ला की कहता है अंडर एडिशन कि इन्हां अगर दो की एडिशन करते हैं तो पहली रकम नूं गुणा कर दईए इन्हां नाल तो आंसर कितना आएगा, ठीक है। आंसर कितना आएगा, ये कहता भी उन्ना ही आएगा जिन्ना कि आपां पहली संख्या नूं दूजी संख्या नाल गुणा कर लीए अते फिर पहली संख्या नूं तीसरी संख्या दे नाल गुणा कर दईए, ठीक है, तो बाद विच जोड़ लीए, ठीक है, उन्ना ही आंसर आएगा सेम। चलो करके देख लें। इहदा आंसर आ गया 1/6। ਇਹਦਾ ਐਜ਼ ਇਟ ਉਤਾਰ ਲਿਆ। ਇਹਨਾਂ ਦਾ ਜੋੜ ਕਰਨਾ ਨਾ, ਬ੍ਰੈਕਟ ਪਹਿਲਾਂ ਹੱਲ ਕਰਨੀ ਹੈ। ਬ੍ਰੈਕਟ ਹੱਲ ਕੀਤੀ ਸੀ ਆਪਾਂ 2/3 ਤੇ 3/2 ਨੂੰ, ਆਂਸਰ ਕਿੰਨਾ ਆਇਆ ਸੀ 13/6 ਆਇਆ ਸੀ ਨਾ। ਚਲੋ 13/6 ਭਰ ਦਿਓ, ਖੱਬਾ ਪਾਸਾ ਹੀ ਸੋਲਵ ਕਰਨਾ ਪਹਿਲਾਂ, ਠੀਕ ਹੈ। ਤਾਂ ਕਿੰਨਾ ਆਇਆ ਜੀ ਖੱਬੇ ਪਾਸਾ ਜਿਹੜਾ ਲੈਫਟ ਹੈਂਡ ਸਾਈਡ, 13 ਏਕਮ 13, ਛਿਕਮ ਛਿਕੀ 36, 1 ਦੀ ਗੁਣਾ 13 ਨਾਲ, 6 ਦੀ ਗੁਣਾ 6 ਦੇ ਨਾਲ 6 ਦਾ 36। ਹੁਣ ਰਾਈਟ हैंड साइड सॉल्व कर लो, ठीक है जी। राइट हैंड साइड में 1 की गुणा 2 नाल 2 आ गया, 6 की गुणा 3 नाल 18 आ गया, तो हाँ जी 1 की गुणा 3 नाल 3 आ गया, 6 की गुणा 2 नाल 12 आ गया, ठीक है। 2 ਦੇ 18 आपस ਚ ਵੰਡੇ ਜਾਂਦੇ ਨੇ, ਕਿੰਨੇ ਪਹਾੜੇ ਤੇ ਵੰਡੇ ਜਾਂਦੇ ਨੇ, 2 ਤੇ ਵੰਡੇ ਜਾਂਦੇ ਨੇ, ठीक है। ਤਾਂ ਕੱਟ ਦਿਓ, 2 ਨੂੰ 2 ਤੇ ਵੰਡਾਂਗੇ 1 ਆ ਗਿਆ, 18 ਨੂੰ 2 ਤੇ ਵੰਡਾਂਗੇ ਕਿੰਨਾ ਆਏਗਾ 9। ਇਸ ਤਰੀਕੇ ਦੇ ਨਾਲ 3 ਤੇ 12 ਕਿਹੜੇ ਦੋਨੋਂ ਦੇ ਦੋਨੋਂ ਕਿਹੜੇ ਪਹਾੜੇ ਤੇ ਵੰਡੇ ਜਾਂਦੇ, 3 ਤੇ ਵੰਡੇ ਜਾਂਦੇ, ਤਾਂ 3 ਨੂੰ 3 ਤੇ ਵੰਡੋਗੇ ਤੇ 1 ਆ ਗਿਆ, 12 ਨੂੰ 3 ਤੇ ਵੰਡੋਗੇ ਤਾਂ ਕਿੰਨਾ ਆਏਗਾ 4 ਆਏਗਾ, ठीक है। ਤਿਤਲੀ ਮੈਥਡ ਲੱਗ ਗਿਆ ਸਾਡਾ, ਕਿੰਨਾ ਆ ਜਾਏਗਾ ਦੱਸੋ, ਕਿਉਂਕਿ ਹਰ ਜਿਹੜੇ ਹੈਗੇ ਬਰਾਬਰ ਨਹੀਂ ਹੈਗੇ ਤਾਂ ਤਿਤਲੀ ਮੈਥਡ ਲਗਾ ਸਕਦੇ ਹੋ, ठीक है। ਕੀ ਕਰਦੇ ਹੁੰਦੇ ਆਪਾਂ, ਹਾਰਾਂ ਦੀ ਗੁਣਾ 36, 4 ਦੀ ਗੁਣਾ 1 ਨਾਲ 4, 9 ਦੀ ਗੁਣਾ 1 ਨਾਲ 9, ठीक है जी। तो हुण कितना आ जाएगा आंसर बोलो, 4 ते 9 13, 13 बटा कितना 36, पहला कितना आया सी 13/36। सो इसका मतलब कि चाहे तो पहला तुसीं जोड़ कर दिओ, बाद विच करो गुणा, आंसर सेम ही होएगा कि चाहे पहला गुणा कर लो दोनों रकमां दी, पहली रकम नाल भी ते दूजी रकम नाल पहला गुणा कर लो, बाद विच जोड़ कर दिओ, आंसर जिन्ना ये आएगा उन्ना ही आएगा, ठीक है जी। सो इस तरीके दे नाल आपां कह सकते हैं कि अगर साडे कोल दो संख्यावां दा जोड़ पहलां कर लईए, मल्टीप्लाई बाद च करिए, ठीक है, वो आंसर सेम ही होएगा कि जे आपां पहले दी गुणा दूजे नाल ते पहली संख्या की गुणा तीसरे नाल कर लईए तो बाद विच उसका की कर लईए जोड़ कर दईए। तो ये नियम जिहड़ा हैगा ये की है, डिस्ट्रीब्यूटिव ला अंडर एडिशन है। आपां कहांगे कि यह जोड़ के अंतर्गत वंडकारी नियम है, ठीक है। बोलो क्लीयर होया, ठीक है। ये जिहड़ा है टैसट की तैयारी करनी है, ये टैसट की तैयारी करके, ठीक है, तुहाडा जिहड़ा ऑनलाइन टैसट जिहड़ा हैगा कल होएगा उसकी तैयारी अज ही खत्म कर लो। वेरी गुड, शाबाश।